जी का खालसा वाहिगुरु जी की फतेह। सतनाम श्री वाहिगुरु साहिब जीओ। तनासरी महला पंजवा। जिस को विसरै प्राण पत दाता, सोई गनु अभागा। चरण कमल जाका मन राग्यो, अम्य सरोवर पागा। जिसको विसरै प्राण पत दाता, सोई गनु अभागा। चरण कमल जाका मन राग्यो, अम्य सरोवर पागा। तेरा जन राम नाम रंग जागा, आलस छीज गया सब तन ते। प्रीतम स्यों मन लागा, रहाओ। जह जह पेखों तै नारायण, सगल घटा में तागा। नाम उदक पीवत जन नानक, त्यागे सब अनुरागा। जह जह पेखों तै नारायण, सगल घटा में तागा। नाम उदक पीवत जन नानक, त्यागे सब अनुरागा। वाहिगुरु जी का खालसा वाहिगुरु जी की फतेह। परम सत्कारयोग गुरु की साजी निवाजी साध संगत जीओ। आप जी वड्डे भागां वाले हो, जो कि आप जी ने आज दे इन्हां पावन अमृतमयी बचनां नूं सरवण करके जीवन दे विच आनंद दी प्राप्ति कीती है। धन धन साहिब श्री गुरु ग्रंथ साहिब जी महाराज, सोडी सुल्तान। धन धन साहिब श्री गुरु रामदास जी दे दर तो पातशाह जी एक होका दे के गुरसिखां नूं भाव समुचे जगत समुची कायनात नूं समझावन दा यतन कर रहे हैं। पावन मुखवाक
ਬਖਸ਼ਿਸ਼ ਕਰਦਿਆਂ ਹੋਇਆਂ ਗੁਰੂ ਪਾਤਸ਼ਾਹ ਜੀ ਨੇ ਬਾਣੀ ਵਿੱਚ ਬੜਾ ਸੋਹਣਾ ਕਥਨ ਆਉਂਦਾ ਹੈ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਵੋ, ਇਹ ਸੱਚੀ ਬਾਣੀ। ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਰਾਮਕਲੀ ਸਾਹਿਬ ਦੇ ਵਿੱਚ ਆਉਂਦਾ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਭਾਈ ਮੇਰੇ ਗੁਰਸਿੱਖੋ, ਆਓ ਅਸੀਂ ਸਾਰੇ ਗੁਰੂ ਦਾ ਸੰਗ ਕਰੀਏ। ਗੁਰੂ ਦਾ ਸੰਗ ਕਰਕੇ ਉਸ ਪਰਮੇਸ਼ਰ ਦੇ ਜੋ ਇਲਾਹੀ ਬਚਨ ਹਨ, ਜੋ ਇਲਾਹੀ ਪਰਮਾਤਮਾ ਨੇ ਸਾਨੂੰ ਸ਼ਬਦ ਬਖਸ਼ਿਸ਼ ਕੀਤੇ ਹਨ, ਉਹਨਾਂ ਨਾਲ ਆਪਣੀ ਸਾਂਝ ਕਰੀਏ। ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਬਖਾਨਾ। ਭਾਵ ਇਹ ਜਿਹੜਾ ਸ਼ਬਦ ਹੈ, ਇਹ ਜਿਹੜੀ ਸਾਰੀ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ, ਸਾਰੀ ਹੀ ਧੁਰੋਂ ਆਈ ਹੋਈ ਬਾਣੀ ਹੈ। ਭਾਵ ਉਸ ਅਕਾਲ ਪੁਰਖ ਦੇ ਹੀ ਬਚਨ, ਅਕਾਲ ਪੁਰਖ ਦੀ ਬਾਣੀ ਹੈ। ਅਕਾਲ ਪੁਰਖ ਨੇ ਇਹ ਬਖਸ਼ਿਸ਼ ਕੀਤੀ ਹੈ ਸੰਸਾਰ ਤੇ ਕਿ ਭਾਵ ਜਿਹੜਾ ਇਹਨਾਂ ਬਾਣੀ ਦੇ ਸ਼ਬਦਾਂ ਨਾਲ ਜੁੜੇਗਾ, ਭਾਵ ਬਾਣੀ ਨੂੰ ਪੜ੍ਹੇਗਾ, ਸੁਣੇਗਾ, ਵਿਚਾਰੇਗਾ ਅਤੇ ਆਪਣੇ ਜੀਵਨ ਨੂੰ ਇਸ ਬਾਣੀ ਦੇ ਸ਼ਬਦ ਦੇ ਨਾਲ ਕਸਵੱਟੀ ਨਾਲ ਲਾ ਕੇ ਪਰਖ ਲਵੇਗਾ, ਉਹ ਉਸੇ ਨੂੰ ਸਮਝ ਆਵੇਗੀ ਕਿ ਇਹ ਜਿਹੜਾ ਜੀਵਨ ਹੈ ਸੱਚਮੁੱਚ ਜਿਉਣ ਦੇ ਲਈ ਸਾਨੂੰ ਪ੍ਰਾਪਤ ਨਹੀਂ ਹੋਇਆ। ਸੱਚਮੁੱਚ ਅਸੀਂ ਖਾ ਲਿਆ, ਸੋ ਲਿਆ ਜਾਂ ਫਿਰ ਕਮਾ ਲਿਆ, ਇਸ ਕਰਕੇ ਸਾਨੂੰ ਇਹ ਜੀਵਨ ਨਹੀਂ ਮਿਲਿਆ। ਇਹ ਵੀ ਜ਼ਰੂਰ ਕੰਮ ਕਰਨੇ ਹਨ, ਇਹ ਵੀ ਗੁਰਸਿੱਖਾਂ ਦੇ ਭਾਵ ਸਾਡਾ ਕਰਮ ਹੈ, ਇਸ ਤੋਂ ਵੀ ਪਿੱਛੇ ਨਹੀਂ ਹਟਣਾ। ਲੇਕਿਨ ਇਸ ਦੇ ਨਾਲ ਨਾਲ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਭਲਿਆ ਕਬੀਰ ਸਾਹਿਬ ਦਾ ਪਾਵਨ ਸ਼ਲੋਕ ਆਉਂਦਾ ਹੈ, ਕਬੀਰ ਏਕ ਘੜੀ ਆਦੀ ਘੜੀ, ਆਦੀ ਹੂੰ ਤੇ ਆਦ। ਭਗਤਨ ਸੇਤੇ ਗੋਸ਼ਟੇ, ਜੋ ਕੀਨੋ ਸੋ ਲਾਭ। ਭਾਵ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨਾਲ ਆਪਣਾ ਮਨ, ਆਪਣਾ ਚਿੱਤ ਜੋੜਿਆ ਹੈ, ਇਸ ਹਿਰਦੇ ਰੂਪੀ ਘਰ ਦੇ ਵਿੱਚ ਪਰਮਾਤਮਾ ਉਸ ਅਕਾਲ ਪੁਰਖ ਦੇ ਨਾਮ ਦੇ ਨਾਲ ਸਾਂਝ ਕੀਤੀ ਹੈ। ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਉਹਨਾਂ ਦੀ ਅੱਧੀ ਨਾਲੋਂ ਅੱਧੀ ਘੜੀ ਵੀ ਸਫਲਾ ਹੋ ਜਾਂਦੀ ਹੈ। ਲੇਕਿਨ ਉੱਥੇ ਤੇਰਾ ਇਹ ਜਿਹੜਾ ਜਨਮ ਹੈ, ਇਹ ਤੇਰੇ ਜਿਹੜੇ ਸਵਾਸ ਹਨ, ਇਹ ਵਿਅਰਥ ਹੀ ਜਾਈ ਜਾ ਰਹੇ ਹਨ, ਕਿਸੇ ਕੰਮ ਕਿਸੇ ਲਾਭ ਨਹੀਂ ਆ ਰਹੇ। ਇਹ ਤੇਰੇ ਸਵਾਸ ਜਿਹੜੇ ਹਨ, ਦਿਹਾੜੀ ਦੇ 24,000 ਤੂੰ ਸਵਾਸ ਲੈਣਾ ਹੈ, ਇਹ ਸਵਾਸ ਤੂੰ ਆਪਣੇ ਸਫਲੇ ਕਰ ਸਕਦਾ ਹੈ ਜਦੋਂ ਗੁਰਬਾਣੀ ਦਾ ਸੰਗ ਕਰੇਗਾ, ਗੁਰਬਾਣੀ ਨਾਲ ਆਪਣੇ ਹਿਰਦੇ ਨੂੰ ਜੋੜੇਗਾ, ਆਪਣੇ ਮਨ ਨੂੰ ਜੋੜਨ ਦਾ ਯਤਨ ਕਰੇਗਾ। ਇਹ ਹਕੀਕਤ ਹੈ ਸਾਧ ਸੰਗਤ ਜੀਓ, ਸਾਡਾ ਜਿਹੜਾ ਮਨ ਹੈ ਨਾ, ਦੁਨੀਆ ਨਾਲ ਜੁੜਿਆ ਹੋਇਆ ਹੈ, ਸੰਸਾਰ ਨਾਲ ਜੁੜਿਆ ਹੋਇਆ ਹੈ, ਰਚਿਆ ਮਚਿਆ ਹੋਇਆ ਹੈ, ਇੱਕ ਮਿਕ ਹੋਇਆ ਹੋਇਆ ਹੈ ਸੰਸਾਰ ਦੇ ਨਾਲ। ਲੇਕਿਨ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਭਲਿਆ ਜਿਸ ਸੰਸਾਰ ਦੇ ਨਾਲ ਤੂੰ ਪ੍ਰੀਤੀ ਕਰਦਿਆਂ ਹੈ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਇਸ ਸੰਸਾਰ ਦੇ ਨਾਲ ਤੂੰ ਆਪਣੀ ਪ੍ਰੀਤੀ ਬਣਾਈ ਬੈਠਾ ਹੈ, ਇਹ ਹਕੀਕਤ ਹੈ, ਤੇਰੀ ਪ੍ਰੀਤੀ ਸੰਸਾਰ ਦੇ ਨਾਲ ਲਾਈ ਕਿਸੇ ਕੰਮ ਨਹੀਂ ਆਉਣੀ। ਜੇ ਇਸ ਪ੍ਰੀਤੀ ਨੂੰ ਤੂੰ ਗੁਰੂ ਦੇ ਨਾਲ ਜੋੜੇਗਾ, ਗੁਰੂ ਨਾਲ ਆਪਣਾ ਮਨ ਤਨ ਜੋੜਨ ਦਾ ਯਤਨ ਕਰੇਗਾ, ਤੇ ਇਹ ਵੀ ਹਕੀਕਤ ਹੈ, ਫਿਰ ਤੇਰਾ ਕੀਤਾ ਸੰਸਾਰ ਦੇ ਵਿੱਚ ਕੋਈ ਵੀ ਕਰਮ ਹੋਵੇ ਉਹ ਸਫਲਾ ਹੋਵੇਗਾ ਤੇ ਉਸ ਕਰਮ ਨੂੰ ਜ਼ਰੂਰ ਭਾਗ ਲੱਗਣਗੇ। ਸੋ ਅੱਜ ਦੇ ਪਾਵਨ ਮੁਖਵਾਗ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹੋ ਸਮਝਾਇਆ ਹੈ ਕਿ ਅਸੀਂ ਗੁਰੂ ਪਾਤਸ਼ਾਹ ਜੀ ਦੀ ਬਾਣੀ ਦਾ ਓਟ ਆਸਰਾ ਲੈਣਾ ਹੈ, ਗੁਰੂ ਦੇ ਦੱਸੇ ਹੋਏ ਮੁਤਾਬਕ ਆਪਣੇ ਜੀਵਨ ਨੂੰ
ਜਿਉਣ ਦਾ ਯਤਨ ਕਰਨਾ ਹੈ। ਜਿਵੇਂ ਗੁਰੂ ਪਾਤਸ਼ਾਹ ਜੀ ਦੇ ਪਾਵਨ ਬੋਲ ਹਨ, ਸੁਣੀਐ ਸਿੱਧ ਪੀਰ ਸੁਰਨਾਥ, ਸੁਣੀਐ ਧਰਤ ਤਬਲ ਆਕਾਸ, ਸੁਣੀਐ ਦੀਪ ਲੋਕ ਪਾਤਾਲ, ਸੁਣੀਐ ਭਉ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣੀਐ ਦੁਖ ਪਾਪ ਕਾ ਨਾਸ। ਸਾਧ ਸੰਗਤ ਜੀ, ਬਾਣੀ ਸੁਣਨ ਦੇ ਨਾਲ, ਬਾਣੀ ਦਾ ਜਾਪ ਕਰਨ ਦੇ ਨਾਲ, ਵਾਹਿਗੁਰੂ ਮੰਤਰ ਸਿਮਰਨ ਦੇ ਨਾਲ, ਕਰਨ ਦੇ ਨਾਲ ਸਾਡੇ ਪਤਾ ਨਹੀਂ ਕਿੰਨੇ ਕੁ ਜਨਮਾਂ ਦੇ ਜਿਹੜੇ ਪਾਪ ਹਨ ਉਹ ਲੱਥ ਜਾਂਦੇ ਹਨ। ਇੰਨਾ ਇਸ ਬਾਣੀ ਦਾ ਮਹੱਤਵ ਹੈ। ਸੋ ਆਓ ਸਾਧ ਸੰਗਤ ਜੀ, ਆਪਾਂ ਸਾਰੇ ਇਹਨਾਂ ਪਾਵਨ ਬਾਣੀ ਦੇ ਵਿਚਾਰਾਂ ਨਾਲ ਸਾਂਝ ਕਰੀਏ। ਅੱਜ ਦੇ ਇਹ ਪਾਵਨ ਅੰਮ੍ਰਿਤਮਈ ਬਚਨ, ਪਾਵਨ ਮੁਖਵਾਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 682 ਤੇ ਸੁਭਾਏਮਾਨ ਹਨ। ਆਓ ਸਾਰੇ ਹੀ ਇੱਕ ਵਾਰੀ ਆਪਣੇ ਤਨ ਮਨ ਨੂੰ ਜੋੜਨ ਕੇ, ਸੁਰਤ ਨੂੰ ਟਿਕਾ ਕੇ ਇੱਕ ਵਾਰੀ ਇਸ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਆਖੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪੰਜਵਾਂ। ਰਾਗ ਧਨਾਸਰੀ ਦੇ ਵਿੱਚ ਪੰਜਵੇਂ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਸ਼ਹੀਦਾਂ ਦੇ ਸਰਤਾਜ, ਨਿਮਰਤਾ ਦੇ ਪੁੰਜ, ਬਾਣੀ ਦੇ ਬੋਹਿਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰ ਰਹੇ ਹਨ। ਆਪਣੇ ਪਾਵਨ ਮੁਖਾਰ ਬਿੰਦ ਤੋਂ ਇਹਨਾਂ ਪਾਵਨ ਇਲਾਹੀ ਬਾਣੀ ਨੂੰ, ਪਾਵਨ ਇਲਾਹੀ ਸ਼ਬਦ ਨੂੰ ਉਚਾਰਨ ਕਰਦਿਆਂ ਹੋਇਆਂ ਸਾਨੂੰ ਉਪਦੇਸ਼ ਵਿੱਚ ਸਮਝਾਵਣਾ ਕਰ ਰਹੇ ਹਨ ਜੀ। ਜਿਸ ਕੋ ਵਿਸਰੈ ਪ੍ਰਾਨ ਪਤ ਦਾਤਾ, ਸੋਈ ਗਨੋ ਅਭਾਗਾ। ਚਰਨ ਕਮਲ ਜਾ ਕਾ ਮਨ ਰਾਗਿਓ, ਅਮਿਐ ਸਰੋਵਰ ਪਾਗਾ। ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਹੇ ਭਾਈ, ਜਿਸ ਮਨੁੱਖ ਨੂੰ ਭਾਵ ਬਦਕਿਸਮਤੀ ਨਾਲ ਸਮਝੋ, ਜਿਸ ਨੂੰ ਉਹ ਮਾਲਕ ਭੁੱਲ ਗਿਆ, ਜਿਸ ਨੂੰ ਉਸ ਮਾਲਕ ਦੀ ਯਾਦ ਭੁੱਲ ਗਈ, ਪ੍ਰਭੂ ਵਿਸਰ ਜਾਂਦਾ ਹੈ। ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਕੋਮਲ ਚਰਨਾਂ ਦਾ ਪ੍ਰੇਮੀ ਹੋ ਜਾਂਦਾ ਹੈ, ਉਹ ਮਨੁੱਖ ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਦਾ ਸਰੋਵਰ ਲੱਭ ਲੈਂਦਾ ਹੈ। ਤੇ ਜਿਸ ਮਨੁੱਖ ਨੂੰ ਉਹ ਮੇਰਾ ਮਾਲਕ, ਉਹ ਪਰਮਾਤਮਾ ਵਿਸਰ ਗਿਆ, ਸਾਧ ਸੰਗਤ ਜੀ ਸੱਚ ਜਾਣ ਲਿਓ, ਉਸ ਦਾ ਜਿਹੜਾ ਜੀਵਨ ਹੈ, ਉਸ ਦਾ ਜੀਵਨ ਖਰਾਬ ਹੋ ਗਿਆ, ਭਾਵ ਉਸ ਦਾ ਜੀਵਨ ਵਿਅਰਥ ਹੀ ਚਲਾ ਗਿਆ, ਕਿਸੇ ਕੰਮ ਉਸ ਦਾ ਜੀਵਨ ਨਹੀਂ ਆਇਆ। ਜਿਸ ਕੋ ਵਿਸਰੈ ਪ੍ਰਾਨ ਪਤ ਦਾਤਾ, ਸੋਈ ਗਨੁ ਅਭਾਗਾ। ਉਹ ਮਨੁੱਖ ਬਦਕਿਸਮਤ ਵਾਲਾ ਹੈ ਜਿਸ ਨੂੰ ਪਰਮਾਤਮਾ, ਉਹ ਵਾਹਿਗੁਰੂ, ਉਹ ਅਕਾਲ ਪੁਰਖ ਭੁੱਲ ਜਾਂਦਾ ਹੈ। ਤੇ ਜਿਸ ਨੂੰ ਉਹ ਮੇਰਾ ਮਾਲਕ ਮਿਲ ਜਾਂਦਾ ਹੈ, ਜਿਸ ਨੇ ਉਸ ਮਾਲਕ ਦੇ ਚਰਨਾਂ ਕਮਲਾਂ ਦੇ ਨਾਲ ਪ੍ਰੇਮ ਵਿੱਚ ਰੰਗ ਕੇ ਆਪਣੇ ਮਨ ਨੂੰ ਉਸ ਮਾਲਕ ਦੇ ਚਰਨਾਂ ਨਾਲ ਜੋੜ ਦਿੱਤਾ। ਇਹ ਸੱਚ ਹੈ ਕਿ ਉਹ ਪਰਮਾਤਮਾ ਦੇ ਅੰਮ੍ਰਿਤ ਰੂਪੀ ਸਰੋਵਰ ਨੂੰ ਲੱਭ ਕੇ ਉਸ ਦਾ ਆਨੰਦ ਮਾਣਦਾ ਹੈ। ਤੇਰਾ ਜਨ ਰਾਮ ਨਾਮ ਰੰਗ ਜਾਗਾ, ਆਲਸ ਛੀਜ ਗਿਆ ਸਭ ਤਨ ਤੇ, ਪ੍ਰੀਤਮ ਸਿਉ ਮਨ ਲਾਗਾ। ਇਸ ਪਾਵਨ ਮੁਖਵਾਕ ਦੀਆਂ ਇਹ ਬੰਦ ਦੀਆਂ ਭਾਵ ਰਾਹੋ ਦੀਆਂ ਤੁਕਾਂ ਹਨ। ਗੁਰੂ ਪਾਤਸ਼ਾਹ ਜੀ ਇੱਥੇ ਠਹਿਰਾਵ ਬਖਸ਼ਿਸ਼ ਕਰਦੇ ਹਨ। ਆਓ ਸਾਰੇ ਇਹਨਾਂ ਪਾਵਨ ਬਚਨਾਂ ਨਾਲ ਜੁੜੀਏ। ਤੇਰਾ ਜਨ ਰਾਮ ਨਾਮ ਰੰਗ ਜਾਗਾ, ਆਲਸ ਛੀਜ ਗਿਆ ਸਭ ਤਨ ਤੇ, ਪ੍ਰੀਤਮ ਸਿਉ ਮਨ ਲਾਗਾ। हे प्रभु,
तेरा सेवक तेरे नाम रंग विच टिक के माया दे मोह वल सदा सुचेत रहिंदा है। भाव उसनू ये माया रूपी जिहड़ा जाल है ये उसनू डराउंदा नहीं, उसते अपना प्रभाव नहीं पा सकदा। मोहे ना विसारो मैं जन तेरा। भगत रविदास जी दे पावन वचन हन, मोहे ना विसारो मैं जन तेरा, राम गुसैया जी के जीवना। ते पहलियां तुकां दे विच भगत जी फरमान करदे ने, मेरी संगत सोच पोच दिन राती, मेरा कर्म कुटलता जन्म के भाती। ते अगली तुक आउंदी है, राम गुसैया जी के जीवना, मोहे ना विसारो मैं जन तेरा। हे मेरे मालिक मैनू अपनी शरण विच रख, तुमरी शरण तुम्हारी आसा, तुम ही सदन सुहेले राखो रखनहार दयाला, नानक घर के गोले। मैनू अपनी शरण दे विच रख, मेरा जिहड़ा मन है आप जी दे चरना कमलां नाल जुड़िया रवे, आप जी दे नाम रंग विच ये टिक के माया दे मोह तो इस हमेशा ही सुचेत रहिंदा है। गुरु पातशाह जी फरमान करदे ने, उस दे शरीर विचों सारा आलस मुक जांदा है, उस दा मन है भाई प्रीतम प्रभु नाल जुड़िया रहिंदा है। वो हमेशा ही प्रभु दे नाल जुड़ के प्रभु दे नाम दियां वडियाइयां सिफतां कमाउंदा है ते मालक दे आनंद विच वो हमेशा जीव प्राणी खेडदा रहिंदा है। रहाओ जह जह पेखों तै नारायण, सागल कटा मह तागा, नाम उदक पीवत जन नानक, त्यागे सब अनुरागा। जह जह पेखों तह नारायण, सगल घटा मैं तागा, नाम उदक पीवत जन नानक, त्यागे सब अनुरागा। पातशाह जी दे पावन बचन, जह जह पेखों तह हदूर, दूर कतों ना जाई, रब रहा सर्वत्र मैं मन सदा ते आई। वो मेरा मालिक ते हर एक थां मौजूद है, जिथे किते तक लीए जिस प्राणी दे विच तक लीए सारियां विच परमात्मा आप वसदा है। जह जह पेखों तह नारायण, सगल घटा मह तागा। गुरु पातशाह जी फरमान करदे ने, भाई ओ मेरा मालिक हर एक थां मौजूद है। हे भाई जिस दे सिमरन दी बरकत नाल मैं भी जिधर जिधर वेखदा हां उथे उथे परमात्मा ही सारे शरीरां विच मौजूद दिसदा है। लेकिन इत्थे असी सोचांगे कि सानू क्यों नज़र नहीं आउंदा, सानू ओ मेरा मालिक क्यों नहीं दिसदा। लेकिन गुरु पातशाह जी ने ये समझा दिता है पहले कि भाई जिसने इस शरीर विच आके परमात्मा दे नाम दी कमाई कीती है ना, परमात्मा दे नाम दा सिमरन कीता है, परमात्मा दे नाम नाल जेड़े जुड़े हन वो जिधर जिधर भी वेखदे हन सारियां विच उन्हां नूं परमात्मा ही नज़र आउंदा है। उन्हां दे हर वेले क्यों पातशाह जी दे पावन बचन हन, तू मेरा राखा सबनी थाई, तां पहु कहे आकाड़ा जियो। हे मेरे मालिक तू मेरा राखा है, तू सारी थां मैनू मौजूद दिसदा है। लेकिन उस दे लई सानू कमाई करनी पवेगी, उस दे लई गुरु दी साध संगत विच आके जुड़ना पवेगा। जदों मन असी गुरु अगे अर्पण कर दिता ते फिर साध संग जो मन गुरु ने उस मालिक दे नाल साडी सीधी सांझ करवा देनी। गुरु तो बिना
ਅਸੀਂ ਉਸ ਮਾਲਕ ਨੂੰ ਨਹੀਂ ਪ੍ਰਾਪਤ ਕਰ ਸਕਦੇ। ਇਸੇ ਕਰਕੇ ਗੁਰੂ ਪਾਤਸ਼ਾਹ ਫਰਮਾਨ ਕਰਦੇ ਨੇ, ਭਾਈ ਉਹਨਾਂ ਦੀ ਇਹੋ ਜਿਹੀ ਅਵਸਥਾ ਬਣ ਜਾਂਦੀ ਹੈ, ਉਹ ਇਹੋ ਜਿਹੀ ਅਵਸਥਾ ਦੇ ਮਾਲਕ ਬਣ ਜਾਂਦੇ ਹਨ ਕਿ ਉਹ ਜਿੱਧਰ ਵੀ ਜਿਸ ਵਿੱਚ ਤੱਕਦੇ ਹਨ ਉਹਨਾਂ ਨੂੰ ਸਾਰਿਆਂ ਵਿੱਚ ਪਰਮਾਤਮਾ ਨਜ਼ਰ ਆਉਂਦਾ ਹੈ। ਮਹਾਂਪੁਰਸ਼ ਸੁਣਾਉਂਦੇ ਸਨ, ਬੜੇ ਪਿਆਰੇ ਬਚਨ ਹਨ ਕਿ ਭਾਈ ਇੱਕ ਪ੍ਰਾਣੀ, ਇੱਕ ਮਨੁੱਖ ਜਿਹੜਾ ਹਰ ਰੋਜ਼ ਆ ਕੇ ਗੁਰੂ ਦੀ ਸਾਧ ਸੰਗਤ ਕਰਿਆ ਕਰਦਾ ਸੀ, ਮਹਾਂਪੁਰਖਾਂ ਦਾ ਸੰਗ ਕਰਦਾ ਸੀ, ਸਾਧ ਸੰਗ ਜੋ ਕਾਫੀ ਸਮਾਂ ਬਤੀਤ ਹੋ ਜਾਂਦਾ ਹੈ, ਜਦੋਂ ਸਮਾਂ ਨਿਕਲਦਾ ਜਾਂਦਾ ਹੈ, ਅੱਜ ਉਹ ਪ੍ਰਾਣੀ, ਉਹ ਮਨੁੱਖ ਬੜਾ ਵਿਆਕੁਲ ਹੈ, ਬੜਾ ਬੇਚੈਨ ਹੈ ਤੇ ਮਹਾਂਪੁਰਸ਼ਾਂ ਕੋਲ ਜਾ ਕੇ ਬੇਨਤੀ ਕਰਦਾ ਹੈ। ਮਹਾਂਪੁਰਸ਼ ਕਮਾਈ ਵਾਲੇ ਸਨ। ਆਖਦਾ ਹੈ, ਮਹਾਂਪੁਰਸ਼ੋ ਤੁਸੀਂ ਹਰ ਰੋਜ਼ ਸੰਗਤ ਕਰਾਉਂਦੇ ਹੋ, ਤੁਸੀਂ ਆਖਦੇ ਹੋ ਕਿ ਜਿਹੜੇ ਪਰਮਾਤਮਾ ਨਾਲ ਜੁੜਦੇ ਹਨ ਉਹ ਕਦੇ ਦੁਖੀ ਨਹੀਂ ਰਹਿੰਦੇ, ਹਮੇਸ਼ਾ ਜੀਵਨ ਵਿੱਚ ਸੁੱਖ ਪਾਉਂਦੇ ਹਨ। ਮੈਨੂੰ ਇੰਨਾ ਸਮਾਂ ਹੋ ਗਿਆ ਆਪ ਜੀ ਦੀ ਸੰਗਤ ਕਰਦੇ ਆ, ਆਪ ਜੀ ਦੇ ਜੋ ਪਰਵਚਨ ਹਨ ਉਹਨਾਂ ਨੂੰ ਸੁਣਦਿਆਂ, ਲੇਕਿਨ ਮੇਰਾ ਹਾਲੇ ਵੀ ਮਨ ਅਸਥਿਰ ਨਹੀਂ ਹੋਇਆ, ਮੇਰਾ ਮਨ ਟਿਕਿਆ ਨਹੀਂ, ਮੇਰੇ ਮਨ ਵਿੱਚ ਉਹ ਟਿਕਾਵ ਨਹੀਂ ਆਇਆ। ਮਹਾਂਪੁਰਸ਼ ਕਮਾਈ ਵਾਲੇ ਸਨ। ਸਾਰੀ ਗੱਲ ਸੁਣਨ ਤੋਂ ਬਾਅਦ ਉਸ ਭਾਈ ਨੂੰ ਆਖਦੇ ਨੇ, ਭਲਿਆ ਇੰਜ ਕਰੀ, ਫਿਰ ਤੂੰ ਜਦੋਂ ਕੱਲ ਸਾਧ ਸੰਗਤ ਵਿੱਚ ਆਵੇਂਗਾ ਨਾ, ਆਪਣੇ ਘਰੋਂ ਇੱਕ ਖਾਲੀ ਭਾਂਡਾ ਲੈਂਦਾ ਆਵੀਂ, ਲੇਕਿਨ ਭਾਂਡਾ ਜਿਹੜਾ ਹੈ ਨਾ ਉਹ ਸਾਫ਼ ਹੋਣਾ ਚਾਹੀਦਾ ਹੈ, ਚੰਗੀ ਤਰ੍ਹਾਂ ਸਾਫ਼ ਹੋਣਾ ਚਾਹੀਦਾ, ਫਿਰ ਤੇਰੀ ਗੱਲ ਦਾ ਅਸੀਂ ਤੈਨੂੰ ਜਵਾਬ ਦੇਵਾਂਗੇ। ਸਾਧ ਸੰਗਤ ਜੋ ਉਹ ਦੂਸਰਾ ਦਿਨ ਆਉਂਦਾ ਹੈ, ਮਨ ਵਿੱਚ ਬੜਾ ਚਾਅ ਹੈ, ਮਨ ਵਿੱਚ ਖੁਸ਼ੀ ਹੈ ਕਿ ਅੱਜ ਮੈਨੂੰ ਮੇਰੀ ਗੱਲ ਦਾ ਜਵਾਬ ਮਿਲੇਗਾ ਕਿ ਮੇਰਾ ਮਨ ਕਿਉਂ ਨਹੀਂ ਜੁੜਦਾ। ਜਦੋਂ ਸਾਧ ਸੰਗਤ ਜੋ ਦੂਸਰਾ ਦਿਨ ਆਇਆ, ਸਾਧ ਸੰਗਤ ਹੋਈ, ਸਾਧ ਸੰਗਤ ਖਤਮ, ਸਮਾਪਤੀ ਹੋਣ ਤੋਂ ਬਾਅਦ ਦੀਵਾਨ ਦੀ ਤੇ ਮਹਾਂਪੁਰਸ਼ਾਂ ਕੋਲ ਜਾਂਦਾ ਹੈ। ਮਹਾਂਪੁਰਸ਼ਾਂ ਨੂੰ ਆਖਦਾ ਹੈ, ਮਹਾਂਪੁਰਸ਼ੋ ਆਪ ਜੀ ਨੇ ਆਖਿਆ ਸੀ ਕਿ ਚੰਗਾ ਜਿਹਾ ਭਾਂਡਾ ਸਾਫ਼ ਹੋਣਾ ਚਾਹੀਦਾ, ਤੇ ਮੈਂ ਇਸ ਭਾਂਡੇ ਨੂੰ ਆਪ ਚੰਗੀ ਤਰ੍ਹਾਂ ਸਾਫ਼ ਕੀਤਾ ਹੈ ਤੇ ਬਿਲਕੁਲ ਇਹ ਭਾਂਡਾ ਸਵੱਛ ਹੈ ਤੇ ਮੈਂ ਲੈ ਕੇ ਆ ਗਿਆ। ਹੁਣ ਤੁਸੀਂ ਦੱਸੋ, ਮੇਰੀ ਗੱਲ ਦਾ ਮੈਨੂੰ ਜਵਾਬ ਦਿਵੋ ਕਿ ਮੇਰਾ ਮਨ ਨਾ ਤੇ ਹਲੇ ਸੁਖਦਾਇਕ ਹੀ ਹੋਇਆ ਤੇ ਨਾ ਇੰਨਾ ਸਮਾਂ ਮੈਨੂੰ ਸਾਧ ਸੰਗਤ ਕੀਤਿਆਂ ਹੋਇਆ ਮੇਰਾ ਮਨ ਸਥਿਰ ਭਾਵ ਟਿਕਾਅ ਵਿੱਚ ਆਇਆ, ਤੇ ਤੁਸੀਂ ਆਖਦੇ ਹੋ ਸਾਧ ਸੰਗਤ ਵਿੱਚ ਆ ਕੇ ਮਨ ਜੁੜ ਜਾਂਦਾ ਹੈ, ਸਾਧ ਸੰਗਤ ਕਰਨੀ ਚਾਹੀਦੀ ਹੈ, ਲੇਕਿਨ ਮੈਂ ਤੇ ਇੰਨੇ ਲੰਬੇ ਸਮੇਂ ਤੋਂ ਕਰਦਾ ਆ ਰਿਹਾ, ਮੈਨੂੰ ਤੇ ਇਸ ਦਾ ਕੋਈ ਫਲ ਪ੍ਰਾਪਤ ਨਹੀਂ ਹੋਇਆ। ਮਹਾਂਪੁਰਸ਼ਾਂ ਨੇ ਸਾਧ ਸੰਗਤ ਜੋ ਕੋਲ ਪਈ ਤੇਲ ਦੀ ਬੋਤਲ ਚੁੱਕੀ ਤੇ ਤੇਲ ਪਾਉਂਦੇ ਹਨ ਮਹਾਂਪੁਰਸ਼ ਤੇ ਆਖਦੇ ਹੁੰਦੇ ਨੇ, ਪਹਿਲਾਂ ਹੀ ਭਲਿਆ ਇੰਜ ਕਰੀ, ਅਸੀਂ ਇਹ ਤੇਲ ਤੇਰੇ ਭਾਂਡੇ ਵਿੱਚ ਪਾਉਣਾ ਹੈ, ਚੇਤੇ ਰੱਖੀ ਇਹ ਤੇਲ ਜਿਹੜਾ ਥੱਲੇ ਡੁੱਲੇ ਨਾ, ਤੇਰੇ ਭਾਂਡੇ ਵਿੱਚ ਹੀ ਡਿੱਗਦਾ ਰਵੇ। ਸਾਧ ਸੰਗਤ ਜੋ ਮਹਾਂਪੁਰਸ਼ ਤੇਲ ਪਾਉਂਦੇ ਹਨ, ਲੇਕਿਨ ਉੱਤੋਂ ਬੋਤਲ ਨੂੰ ਹਿਲਾਈ ਜਾਂਦੇ ਹਨ, ਜਿੱਧਰ ਭਾਂਡਾ ਕਰਦਾ ਹੈ ਦੂਸਰੇ ਵੱਲ ਤੇਲ ਕਰ ਦਿੰਦੇ ਹਨ, ਤੇਲ ਉਸ ਦੇ ਭਾਂਡੇ ਵਿੱਚ ਨਹੀਂ ਪੈਂਦਾ। ਸਾਧ ਸੰਗਤ ਜੋ ਫਿਰ ਉਹ ਪ੍ਰਾਣੀ ਮਹਾਂਪੁਰਸ਼ਾਂ ਨੂੰ ਆਖਦਾ ਹੈ, ਮਹਾਂਪੁਰਸ਼ੋ ਤੁਸੀਂ ਆਖਿਆ ਭਾਂਡਾ ਲੈ ਕੇ ਆਵੀਂ, ਤੇਰੀ ਗੱਲ ਦਾ ਜਵਾਬ ਦੇਵਾਂਗੇ। ਇਹ ਕਿਹੜਾ ਜਵਾਬ ਹੈ? ਮੈਂ ਭਾਂਡਾ ਵੀ ਸਾਫ਼ ਕੀਤਾ, ਆਪ ਸਵੱਛ ਕੀਤਾ, ਆਪ ਲੈ ਕੇ ਆਇਆ, ਲੇਕਿਨ ਇਹ ਤਾਂ ਕੋਈ ਗੱਲ ਬਣੀ ਨਹੀਂ। ਮਹਾਂਪੁਰਸ਼ ਆਖਦੇ ਨੇ, ਭੜਿਆ ਤੂੰ ਕੱਲ ਆਖਦਾ ਕੀ ਸੀ, ਕੀ ਬਚਨ ਸੀ ਤੇਰੇ, ਬੋਲ ਕੀ ਸਨ ਕਿ ਮੈਨੂੰ ਇੰਨਾ ਟਾਈਮ ਹੋ ਗਿਆ ਸਾਧ ਸੰਗਤ ਕੀ ਕਰਦੇ ਆ, ਮੇਰਾ ਮਨ ਟਿਕਾਅ ਵਿੱਚ ਨਹੀਂ ਆਇਆ, ਮੇਰਾ ਮਨ ਹਲੇ ਵੀ ਆਨੰਦ ਵਿੱਚ ਨਹੀਂ ਜੁੜਿਆ। ਭਲਿਆ ਸਾਡਾ ਤੇ ਕੰਮ ਹੈ ਕਿ ਅਸੀਂ ਸਾਧ ਸੰਗਤ ਕਰਾਉਣਾ,
साडा कम सी तेल पाउणा, लेकिन तेरा भांडा ही स्थिर नहीं सी, तेरा भांडा टिकाव विच नहीं सी। तेरा भांडा टिकाव विच हुंदा ते साडा पाया तेल तेरे भांडे विच जरूर डिगदा। तेरा भांडा ही गंदा सी, भाव तेरा भांडा साफ नहीं सी। तू करदा ते साध संगत है, लेकिन साध संगत विच बह के भी तेरा मन इधर उधर हुंदा है। तू साध संगत च बैठा हुंदा है, लेकिन तेरा मन घर विच कारोबारां दे विच उलझिया रहिंदा है। फिर साडा करवाया सिमरन, साडी करवाई साध संगत तेरे किसे कम नहीं आउंदी। जदों तेरा मन ही साध संगत विच ना होया, तन ही ते तेरा साध संगत विच है ना, मन ते तेरा बाहर कम्मां विच उलझिया होया है। जदों तिकर मन साडा साध संगत विच ना होवे, मन साडा शब्द नूं ध्यान नाल ना सुने, मन करके असी शब्द नूं ना विचारीए, उदों तिकर साध संगत जो कोई लाभ नहीं होना। लाभ तां ही होना है जदों असी गुरु दी गल नूं सुन के उस गल ते अमल करिए, उस गल नूं जीवन विच अपनाइए, तां साडी कीती साध संगत सिमरिया साडा नाम वो सफल हो जाता है। इसी तरह गुरु पातशाह जी प्रमाण करते हैं, भाई उन्होंने कमाइयां कीतियां, उन्होंने परमात्मा नाल सिमरन किया है परमात्मा दा, ते उन्हां दी परमात्मा नाल सांझ बन गई। फिर वो जिथे भी तकदे हैं, जिस विच भी तकदे हैं, उन्हां नूं परमात्मा ही नज़र आउंदा है। परमात्मा ही सारी शरीरां विच उन्हां नूं मौजूद दिसदा है। तिवें गुरु पातशाह जी प्रमाण करते हैं, जिवें धागा सारे मणकियां विच परोया हुंदा है, इसे तरह परमात्मा दी जोत है, सारियां विच परमात्मा दी जोत परोई हुई है, सारियां विच परमात्मा दी जोत मौजूद है। धन धन साहिब श्री गुरु नानक देव जी महाराज दे नाम दी मोहर ला के गुरु पातशाह जी फरमान करते हैं, नानक प्रभु दे दास उस दा नाम जल हमेशा ही प्रभु दे पासों प्राप्त करते रहते हैं। सारे मोह प्यार छड़ देंदे हैं ते ओ सिर्फ परमात्मा दे नाम दे विच ही रुझे रहते हैं। उन्हां दा मन हर वेले परमात्मा दे नाम दा ही सिमरन भजन बंदगी विच जुड़िया रहिंदा है। शरीर नाल ओ काम जरूर करते हैं, लेकिन उन्हां दा मन परमात्मा नाल जुड़िया हुंदा है। ते जिन्हां ने अपना मन ही परमात्मा नूं अर्पण कर दिता, मन ही परमात्मा अगे भेंट कर दिता। साध संगत जो कथन ते बहुत चंगा सी, लेकिन समा इजाजत नहीं दे रहा। फिर कदे इस मन दी विचार नाल सांझ करांगे कि जदों मन गुरु नूं अर्पण कर दईए ते फिर साध संगत जो साडे पल्ले कुछ नहीं प्राप्त, कुछ नहीं रहिंदा। क्यों? क्योंकि मन जदों असी गुरु नूं अर्पण कर दिता ते फिर मन जिधर कहेगा, जिमें कहेगा, फिर उही असी करांगे। जिमें फिर गुरु मन ते हुक्म करनगे तिवें ही मन करेगा। सो साध संगत जो असी मन ही गुरु नूं अर्पण कर दईए, ताकि तन मन धन सब सौंप गुरु को हुक्म मन्नीए पाईए। फिर ये साडा मन गुरु दे हुक्म विच रह के पहाड़े नूं सत करके मन्नेगा। सो आओ सारे इन्हां पावन बचनां दीयां लास्ट पंक्तियां नाल जुड़िए जी। जह दह पेखों तै नारायण, सगल कटा मह तागा, नाम उदक पीवत जन नानक, त्यागे सब अनुरागा। वो परमात्मा दे भगत प्यारे जन परमात्मा दे नाम रूपी जल नूं छक के आनंद प्राप्त करते हैं। सो साध संगत जो विचारां करदियां अनेकां प्रकार दीयां भुल्लां गलतियां हो गईयां होणगीਆਂ। गुरु अते गुरु की संगत बख्शण योग है। जे किसी माई भाई का कोई भी सुझाव होवे जो दास नाल सांझ करना चाहुंदा होवे, साध संगत जो दास दा इंडिया का नंबर है जी 8750 10 63 75। आप जी इस नंबर ते दास नाल संपर्क कर सकते हो, दास नाल सांझ कर सकते हो। सो आओ सारे ही अपनी रसना नूं करिए पवित्र, बुलाइए फतेह। वाहिगुरू जी का खालसा
ਵਾਹਿਗੁਰੂ ਜੀ ਕੀ ਫਤਿਹ।